बेटा ਹੁਣ मैं एक वीडियो ਦੇ ਵਿੱਚ ਹੀ ਸਾਰੀ 10ਵੀਂ ਕਲਾਸ ਦੀ ਰਿਵੀਜ਼ਨ ਕਰਾਉਣ ਦੀ ਕੋਸ਼ਿਸ਼ ਕਰਨ ਜਾ ਰਿਹਾ ਤਾਂ ਕਿ ਤੁਹਾਨੂੰ ਪੇਪਰ ਕੋਈ ਵੀ ਪੇਪਰ ਦੇਣ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਚੰਗੀ ਤਰ੍ਹਾਂ ਦੇਖਣਾ ਹੈ, ਚਾਹੇ ਉਹ ਪੈਸ ਦਾ ਹੋਵੇ ਤੇ ਚਾਹੇ ਉਹ ਤੁਹਾਡਾ ਸਕੂਲ ਦਾ ਪੇਪਰ ਹੀ ਕਿਉਂ ਨਾ ਹੋਵੇ। ਪਹਿਲੇ ਅਧਿਆਇ ਦੇ ਵਿੱਚ ਅਸੀਂ ਸਿੱਖਿਆ ਕੀ ਹੈ? ਪਹਿਲੇ ਅਧਿਆਇ ਦੇ ਵਿੱਚ ਅਸੀਂ ਸਿੱਖਿਆ ਹੈ ਕਿ ਇੱਕ ਯੂਕਲਿਡ ਵੰਡ ਵਿਧੀ ਹੁੰਦੀ ਹੈ, ਇਕੁਇਡ ਡਿਵੀਜ਼ਨ ਲੈਮਾ ਜਿਹਨੂੰ ਅਸੀਂ ਕਹਿੰਦੇ ਹਾਂ। ਉਹ ਕੀ ਹੁੰਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਸੰਖਿਆ ਨੂੰ, ਕਿਸੇ ਰਕਮ ਨੂੰ ਬੀ ਨਾਲ ਭਾਗ ਕਰਦੇ ਹਾਂ, ਜਦੋਂ ਭਾਗ ਕਰਦੇ ਹਾਂ ਤਾਂ ਕੋਈ ਨਾ ਕੋਈ ਸਾਡੇ ਕੋਲ ਭਾਗਫਲ ਤੇ ਕੋਈ ਨਾ ਕੋਈ ਬਾਕੀ ਤਾਂ ਆਉਂਦਾ ਹੀ ਆਉਂਦਾ ਹੈ ਨਾ। ਜਿਵੇਂ ਦੇਖੋ 9 ਨੂੰ ਭਾਗ ਕੀਤਾ 4 ਨਾਲ, 4 दूनी 8, 1 ਤੇ 2 ਤੁਹਾਡਾ ਆਨਸਰ ਆ ਗਿਆ ਭਾਗਫਲ ਤੇ 1 ਤੁਹਾਡਾ ਬਾਕੀ। ਹੁਣ ਇਹ ਜਿਹੜੀ ਭਾਗ ਹੈ ਇਹਨੂੰ ਚੈੱਕ ਕਿੱਦਾਂ ਕਰਦੇ ਹਾਂ ਅਸੀਂ? ਜੇ ਅਸੀਂ 4 ਤੇ 2 ਨੂੰ ਗੁਣਾ ਕਰੀਏ ਤੇ ਉਹਦੇ ਵਿੱਚ 1 ਜੋੜੀਏ ਤੇ ਤੁਹਾਡੇ ਕੋਲ 9 ਮਿਲਦਾ ਹੈ। ਇਹਦਾ ਮਤਲਬ ਅਸੀਂ ਇਸ ਨੂੰ ਕੀ ਕਹਿੰਦੇ ਹਾਂ? ਧਿਆਨ ਨਾਲ ਦੇਖਣਾ ਹੈ। ਇਹ ਜਿਹੜਾ ਹੈ ਸਾਨੂੰ ਕਿੱਦਾਂ ਪ੍ਰਾਪਤ ਹੁੰਦਾ ਹੈ? b ਤੇ q ਨੂੰ ਗੁਣਾ ਕਰਕੇ ਤੇ r ਉਹਦੇ ਵਿੱਚ ਜੋੜ ਕੇ, ਤੇ a ਬਰਾਬਰ b ਗੁਣਾ q ਜਮਾ r। ਇਹ ਸਾਡੀ ਯੂਕਲਿਡ ਵੰਡ ਵਿਧੀ ਹੈ। ਇਸ ਵਿੱਚ r ਦੀ ਇੱਕ ਲਿਮਿਟੇਸ਼ਨ ਹੁੰਦੀ ਹੈ ਬੇਟਾ। ਤੁਹਾਨੂੰ ਕੁਐਸਚਨ ਆ ਸਕਦਾ ਹੈ ਆਪਸ਼ਨ ਦੇ ਵਿੱਚ ਕਿ a ਬਰਾਬਰ bq ਜਮਾ r ਦਾ r ਦੀ ਆਪਸ਼ਨ ਦੇ ਦੇਗਾ। ਉਹ 4 ਤਰ੍ਹਾਂ ਦੀ ਆ, ਉਹਦੇ ਵਿੱਚ ਕੋਈ ਇੱਕ ਟਿਕ ਕਰਨੀ ਹੁੰਦੀ। ਯਾਦ ਰੱਖੋ r ਦੇ ਕੋਲ r ਹਮੇਸ਼ਾ 0 ਤੋਂ ਵੱਡਾ ਹੁੰਦਾ ਹੈ ਪਰ ਇਕੁਅਲ ਵੀ ਹੋ ਸਕਦਾ ਹੈ। ਇੱਥੇ ਦੇਖੋ ਨਿਸ਼ਾਨ ਲੱਗਾ ਹੋਏਗਾ ਪਰ b ਦੇ ਕੋਲ ਆ ਨਿਸ਼ਾਨ ਨਹੀਂ ਹੋਏਗਾ। r ਹਮੇਸ਼ਾ 0 ਤੋਂ ਵੱਡਾ ਤੇ ਬਰਾਬਰ ਪਰ b ਤੋਂ ਛੋਟਾ ਹੋਏਗਾ। ਇਹ ਸਭ ਤੋਂ ਪਹਿਲਾਂ ਅਸੀਂ ਯੂਕਲਿਡ ਵੰਡ ਵਿਧੀ ਬਾਰੇ ਪੜ੍ਹਿਆ ਹੈ ਇਸ ਚੈਪਟਰ ਦੇ ਵਿੱਚ। ਉਸ ਤੋਂ ਬਾਅਦ ਅਸੀਂ ਯੂਕਲਿਡ ਵੰਡ ਵਿਧੀ ਦੀ ਸਹਾਇਤਾ ਨਾਲ ਮਾਸਾਵਾ ਕੱਢਣਾ ਸਿੱਖਿਆ ਹੈ ਬੇਟਾ। ਧਿਆਨ ਨਾਲ ਦੇਖਣਾ ਸਾਰਿਆਂ ਨੇ। ਇਸ ਤੋਂ ਬਾਅਦ ਅਸੀਂ ਸਿੱਖਿਆ ਕਿ ਮਾਸਾਵਾ ਕਿੱਦਾਂ ਪਤਾ ਕਰਦੇ ਹਾਂ। ਤੁਹਾਡੇ ਕੋਲ 2 ਰਕਮਾਂ ਦਿੱਤੀਆਂ ਗਈਆਂ ਹੋਣਗੀਆਂ, ਤੁਸੀਂ ਵੱਡੀ ਰਕਮ ਨੂੰ ਵਿਚਕਾਰ ਤੇ ਛੋਟੀ ਰਕਮ ਨੂੰ ਬਾਹਰ ਲਿਖਣਾ ਹੈ ਤੇ ਭਾਗ ਕਰਨੀ ਹੈ। ਸਿੰਪਲ 135 ਕਮ 135 ਬਕਾਇਆ ਬਚ ਕੇ 90। ਹੁਣ ਦੇਖੋ ਇਹ ਵਾਲੀ ਰਕਮ ਇਸ ਰਕਮ ਤੋਂ ਛੋਟੀ ਹੋ ਗਈ ਨਾ। ਜਦੋਂ ਵੀ ਇਹ ਰਕਮ ਇਸ ਤੋਂ ਛੋਟੀ ਹੋਗੀ ਤਾਂ ਉੱਪਰੋਂ ਉਤਾਰਨ ਲਈ ਕੁਝ ਹੈ ਨਹੀਂ, ਇਹਦਾ ਮਤਲਬ ਇਹ ਬਾਕੀ ਹੋ ਗਿਆ। ਹੁਣ ਜਦੋਂ ਇਹ ਬਾਕੀ ਰਿਮਾਈਂਡਰ ਆ ਗਿਆ ਹੈ ਤੇ ਦੁਬਾਰਾ ਭਾਗ ਸ਼ੁਰੂ ਕਰਨੀ ਹੈ ਤੇ ਇਸ 135 ਨੂੰ ਜਿਸ ਤਰ੍ਹਾਂ ਭਾਗ ਕੀਤਾ ਗਿਆ ਸੀ ਅੰਦਰ ਲੈ ਜਾਣਾ ਹੈ। 90 ਕਮ 90 ਬਕਾਇਆ, ਫਿਰ 45 ਆ ਗਿਆ, 45 ਫਿਰ 90 ਤੋਂ ਛੋਟਾ ਹੋ ਗਿਆ, ਫਿਰ ਰਿਮਾਈਂਡਰ ਆ ਗਿਆ। ਹੁਣ 45 ਵਿੱਚ ਰੱਖਣਾ ਹੈ, 90 45 ਨਾਲ ਭਾਗ ਕਰਨੀ ਹੈ ਤੇ 90 ਵਿੱਚ ਚਲੇ ਜਾਏਗਾ। 45 दूनी 90। तो इस तरह जो तुहाडे कोल बाकी आना खत्म हो गया तो उस टाइम ते जिहदे नाल तुसीं भाग कीती सी वो तुहाडा मासावा होएगा। एक असीं ये मैथड सिੱਖਿਆ है मासावा पता करन दा। इस तो बाद तुसीं मासावा ते लासावा गुणनखंड विधि नाल करना भी सीखा है बेटा। जिदा 26 ते 91 के गुणनखंड बनाने सन। 26 ते 80 जो तुसीं गुणनखंड बनाए तो 2 ਦੇ ਪੜ੍ਹੇ ਤੇ 13 ਤੇ 13 ਦੇ ਪੜ੍ਹੇ ਤੇ 1 ਤੇ ਜਾਂਦਾ ਸੀ। ਇਸ ਕਰਕੇ 26 ਦੇ ਗੁਣਨਖੰਡ 2 ਗੁਣਾ 13 ਹੋ ਗਏ। 91 ਦੇ ਗੁਣਨਖੰਡ ਬਣਾਉਂਦੇ ਹਾਂ ਤਾਂ ਉਹ 7 ਦੇ ਪੜ੍ਹੇ ਤੇ ਜਾਂਦਾ ਹੈ 13 ਤੇ 13 ਦੇ ਪੜ੍ਹੇ ਤੇ 1 ਤੇ ਜਾਂਦਾ ਹੈ। ਇਸ ਕਰਕੇ ਉਸ ਦੇ ਗੁਣਨਖੰਡ 7 ਗੁਣਾ 13 ਹੋ ਗਏ। ਠੀਕ ਹੈ। ਤੇ ਹੁਣ ਮਾਸਾਵਾ ਕੀ ਹੁੰਦਾ ਹੈ? ਮਾਸਾਵਾ ਇਹਨਾਂ ਗੁਣਨਖੰਡਾਂ ਦਾ ਕਾਮਨ ਸਾਂਝਾ ਗੁਣਨਖੰਡ ਅਸੀਂ ਮਾਸਾਵਾ ਕਹਿੰਦੇ ਹਾਂ। ਸਾਂਝੇ ਗੁਣਨਖੰਡ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਨੇ। ਜੇ ਇੱਕ ਤੋਂ ਜ਼ਿਆਦਾ ਨੇ ਤਾਂ ਉਹ ਸਾਰੇ ਗੁਣਾ ਕਰਕੇ ਲਿਖਣੇ ਹੁੰਦੇ ਨੇ। ਲਾਸਾਵਾ ਦੇ ਵਿੱਚ ਸਾਂਝਾ ਗੁਣਨਖੰਡ ਤਾਂ ਲਿਖਣਾ ਹੀ ਲਿਖਣਾ ਹੈ ਤੇ ਬਾਕੀ ਸਾਰੇ ਵੀ ਲਿਖਣੇ ਹੁੰਦੇ ਨੇ। ਸਾਂਝਾ 13 ਤੇ ਬਾਕੀ 2 ਤੇ 7 ਵੀ ਲਿਖਣਾ ਹੈ। 13 ਨੂੰ 2 ਵਾਰ ਨਹੀਂ ਲਿਖਣਾ, ਸਾਂਝਾ ਇੱਕੋ ਵਾਰੀ ਲਿਖਣਾ ਹੈ। ਫਿਰ ਇਹਨਾਂ ਨੂੰ ਗੁਣਾ ਕਰਕੇ ਤੁਹਾਡੇ ਕੋਲ ਲਾਸਾਵਾ ਵੀ ਪ੍ਰਾਪਤ ਹੁੰਦੀ ਹੈ। ਮਾਸਾਵਾ ਵੀ ਆ ਗਿਆ ਬੇਟਾ, ਲਾਸਾਵਾ ਵੀ ਆ ਗਿਆ। ਫਿਰ ਉਸ ਤੋਂ ਬਾਅਦ ਅਸੀਂ ਇੱਕ ਫਾਰਮੂਲਾ ਹੋਰ ਯਾਦ ਕੀਤਾ ਬੇਟਾ, ਸੰਖਿਆਵਾਂ ਦਾ ਗੁਣਨਫਲ ਬਰਾਬਰ HCF ਗੁਣਾ LCM। ਇਹ ਫਾਰਮੂਲਾ ਵੀ ਬਹੁਤ ਇੰਪੋਰਟੈਂਟ ਹੈ ਬੇਟਾ। ਕੁਐਸਚਨ ਆ ਜਾਂਦਾ ਕਈ ਵਾਰੀ ਕਿ HCF ਦਿੱਤਾ ਹੈ, LCM ਦਿੱਤਾ ਹੈ, ਸੰਖਿਆਵਾਂ ਦਾ ਗੁਣਨਫਲ ਪਤਾ ਕਰੋ। ਜਾਂ ਫਿਰ ਕੁਝ ਵੀ ਕੰਡੀਸ਼ਨ ਹੁੰਦੀਆਂ ਨੇ 4, ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਕੰਡੀਸ਼ਨ ਦੇ ਕੇ ਬਾਕੀ ਪੁੱਛੀ ਜਾਂਦੀ ਹੈ। ਇਸ ਤਰੀਕੇ ਨਾਲ ਇਸ ਸਵਾਲ ਦਾ, ਇਸ ਫਾਰਮੂਲੇ ਦਾ ਵੀ ਯੂਜ਼ ਬਹੁਤ ਜ਼ਿਆਦਾ ਹੁੰਦਾ ਹੈ। ਹੋਰ ਕੀ ਪੜ੍ਹਿਆ ਦੇਖੋ ਧਿਆਨ ਨਾਲ। ਦੇਖੋ ਜਿਵੇਂ ਹੁਣੀ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਦੇਖੋ ਹੁਣ HCF ਨੂੰ ਮਾਸਾਵਾ ਬੋਲਦੇ ਹਾਂ। ਮਾਸਾਵਾ 306 ਤੇ 657 ਸੰਖਿਆਵਾਂ ਨੇ, ਉਹਨਾਂ ਦਾ HCF ਕਿੰਨਾ ਹੈ? 9। ਦੇਖੋ ਸੰਖਿਆਵਾਂ ਤੁਹਾਡੇ ਕੋਲ ਨੇ 306 ਤੇ 657। ਮਾਸਾਵਾ ਤੁਹਾਨੂੰ HCF ਦਿੱਤਾ ਗਿਆ ਹੈ 9 ਤੇ ਲਾਸਾਵਾ ਪਤਾ ਕਰਨਾ ਹੈ, ਉਸਨੂੰ X ਮੰਨ ਲਿਆ ਤੇ ਫਾਰਮੂਲਾ ਤੁਹਾਨੂੰ ਯਾਦ ਹੋ ਚੁੱਕਾ ਹੈ। ਹੁਣੇ ਸਮਝਾਇਆ ਸੀ ਸੰਖਿਆਵਾਂ ਦਾ ਗੁਣਨਫਲ ਬਰਾਬਰ ਹੈ ਮਾਸਾਵਾ ਗੁਣਾ ਲਾਸਾਵਾ। ਤੇ ਮਾਸਾਵਾ ਤੁਹਾਡੇ ਕੋਲ 9 ਹੈ। ਦੇਖੋ ਲਾਸਾਵਾ X ਹੈ, ਸੰਖਿਆਵਾਂ 306 ਤੇ 657 ਨੇ। ਅਸੀਂ 9 ਗੁਣਾ ਕਰ ਰਹੇ, ਉਦੋਂ ਜਾ ਕੇ ਭਾਗ ਕਰੇਗਾ। 9 ਨਾਲ 306 ਨੂੰ ਭਾਗ ਕੀਤਾ, ਸਾਡੇ ਕੋਲ ਕਿੰਨਾ ਆ ਗਿਆ? 34। ਦੇਖੋ 9 ਨਾਲ ਭਾਗ ਕਰਕੇ ਵੀ ਦਿਖਾਇਆ ਗਿਆ ਹੈ 34 ਤੇ 34 ਨਾਲ ਫਿਰ ਇਸ ਨੂੰ ਗੁਣਾ ਕੀਤੀ ਤਾਂ ਸਾਡੇ ਕੋਲ 22 33 8 ਆਨਸਰ ਆ ਗਿਆ, ਜੋ ਕਿ ਤੁਹਾਡੇ ਆਪਸ਼ਨ 'ਚ ਹੋਏਗਾ। ਉਸ ਨੂੰ ਅਸੀਂ ਟਿਕ ਕਰਨਾ ਹੁੰਦਾ। ਇਸ ਤਰ੍ਹਾਂ ਦਾ ਸਵਾਲ ਵੀ ਤੁਹਾਡੇ ਕੋਲ ਆ ਸਕਦਾ ਹੈ ਬੇਟਾ। फिर एक सवाल और पता किया है कि जांच करो कि 6 की घात n सिफर ते समाप्त नहीं हो सकती। बेटा याद रखना है कोई भी क्वेश्चन आ जाए कि इस 6 की थां कुछ भी आ सकता है, पर याद रखो जेकर ये गुणनखंड दे विच 1 2 ते 1 5 है तो जी सिफर ते समाप्त होगी, नहीं तो नहीं होगी। इस गल का ध्यान रखना है। 6 का जो गुणनखंड असीं बनाने 2 गुणा 3 होंगे, ये 2 तो है पर 5 नहीं है, इस करके ये सिफर ते समाप्त नहीं हो सकती। इस तो बाद बेटा असीं भाज ते संख्यावां बारे पढ़िया है।
ਭਾਜ ਤੇ ਅਪਾਜ ਸੰਖਿਆ ਵਿੱਚ ਫਰਕ ਹੁੰਦਾ ਹੈ ਬੇਟਾ। ਅਪਾਜ ਸੰਖਿਆ ਉਹ ਸੰਖਿਆ ਹੈ ਜਿਹੜੀ ਇੱਕ ਦੇ ਪਾੜੇ ਤੇ ਇਲਾਵਾ ਸਿਰਫ ਆਪਣੇ ਹੀ ਪਾੜੇ ਤੇ ਜਾਂਦੀ ਹੈ ਔਰ ਕਿਸੇ ਪਾੜੇ ਤੇ ਨਹੀਂ ਜਾਂਦੀ। ਲੇਕਿਨ ਭਾਜ ਸੰਖਿਆ ਕੀ ਹੁੰਦੀ ਹੈ, ਇੱਕ ਦੇ ਪਾੜਾਂ ਤੋਂ ਇਲਾਵਾ ਆਪਣੇ ਪਾੜੇ ਔਰ ਹੋਰ ਕਿਸੇ ਪਾੜੇ ਤੇ ਵੀ ਜਾਂਦੀ ਹੈ। ਇੱਕ ਦਾ ਪਾੜਾ ਤੋਂ ਲੈ ਨਾ ਤੁਸੀਂ ਭਾਜ 'ਚ ਲਓ ਨਾ ਅਪਾਜ ਦੇ ਵਿੱਚ ਲਓ, ਗੱਲ ਹੀ ਖਤਮ ਹੋ ਗਈ। ਹੁਣ ਇੱਕ ਨੂੰ ਕੱਟਦਾ, ਹੁਣ ਦੱਸੋ ਅਪਾਜ ਕਿਹੜੀਆਂ ਹੋਣਗੀਆਂ, ਜਿਹੜੀ ਸਿਰਫ ਆਪਣੇ ਪਾੜੇ ਤੇ ਜਾਂਦੀਆਂ, ਜਿਵੇਂ 2, ਜਿਵੇਂ 3, ਜਿਵੇਂ 5, ਜਿਵੇਂ 7। ਲੇਕਿਨ ਭਾਜ ਹੁੰਦੀ ਜਿਹੜੀ ਕਿਸੇ ਹੋਰ ਦੇ ਪਾੜੇ ਤੇ ਵੀ ਜਾਵੇ। ਇਸ ਕਰਕੇ ਸਭ ਤੋਂ ਛੋਟੀ ਭਾਜ ਸੰਖਿਆ ਯਾਦ ਰੱਖਣੀ ਹੈ 4 ਹੁੰਦੀ ਹੈ। 4 ਤੋਂ ਭਾਜ ਸੰਖਿਆ ਸ਼ੁਰੂ ਹੁੰਦੀ ਹੈ। ਇੱਕ ਤਾਂ ਗਿਣਦੇ ਹੀ ਨਹੀਂ, 2 ਵੀ ਅਪਾਜ ਹੈ, 3 ਵੀ ਅਪਾਜ ਹੈ। ਇਸ ਕਰਕੇ 4 ਸਾਡੇ ਕੋਲ ਸਭ ਤੋਂ ਛੋਟੀ ਭਾਜ ਸੰਖਿਆ ਹੁੰਦੀ ਹੈ ਤੇ 2 ਸਭ ਤੋਂ ਛੋਟੀ ਅਪਾਜ ਸੰਖਿਆ ਹੁੰਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ ਬੇਟਾ। ਇਸ ਤੋਂ ਬਾਅਦ ਬੇਟਾ ਅਪਰਿਮੇय ਸੰਖਿਆਵਾਂ ਬਾਰੇ ਬੜਾ ਯਾਦ ਰੱਖਣਾ ਹੈ। ਜਦੋਂ ਵੀ ਵਰਗਮੂਲ ਦੇ ਅੰਦਰ ਕੋਈ ਇੱਦਾਂ ਦਾ ਅੱਖਰ ਆ ਜਾਂਦਾ ਹੈ ਜਿਹੜਾ ਕਿੰਨੀ 2 ਅੱਖਰਾਂ ਦਾ ਗੁਣਾ ਕਰਕੇ ਨਹੀਂ ਆਉਂਦਾ, ਜਿਵੇਂ 5 ਹੈ, 3 ਹੈ, ਜਿਹੜੀ ਅਪਾਜ ਸੰਖਿਆਵਾਂ ਤੁਹਾਨੂੰ ਹੁਣ ਦੱਸੀਆਂ ਨਾ, ਉਹ ਸਾਰੀਆਂ ਅਪਾਜ ਸੰਖਿਆਵਾਂ ਦਾ ਵਰਗਮੂਲ ਜਿਹੜਾ ਹੈ ਉਹ ਅਪਰਿਮੇय ਸੰਖਿਆ ਹੁੰਦਾ ਹੈ। ਅਪਰਿਮੇय ਇਰਰੈਸ਼ਨਲ ਨੰਬਰ, ਤੇ ਕੋਈ ਵੀ ਇਰਰੈਸ਼ਨਲ ਹੈ, √2 ਇਰਰੈਸ਼ਨਲ ਹੈ, ਇਰਰੈਸ਼ਨਲ ਹੈ, ਅਪਰਿਮੇय ਸੰਖਿਆਵਾਂ ਨੇ ਸਾਰੀਆਂ। ਇਸ ਗੱਲ ਦਾ ਧਿਆਨ ਰੱਖਣਾ ਹੈ। ਕੋਈ ਪੁੱਛਦਾ ਹੈ ਕਿ ਹੇਠਾਂ ਲਿਖਿਆਂ ਦੇ ਵਿੱਚੋਂ ਅਪਰਿਮੇय ਸੰਖਿਆ ਲੱਭੋ, ਤੇ ਜਿਨ੍ਹਾਂ ਦੇ ਕੋਲ ਦੇਖੋ ਆ ਚੀਜ਼ਾਂ ਪਈਆਂ ਨੇ ਉਹ ਅਪਰਿਮੇय ਸੰਖਿਆ ਹੋਣਗੀਆਂ। ਇਸ ਤੋਂ ਬੇਟਾ ਇੱਕ ਸਵਾਲ ਕੀਤਾ ਹੈ ਕਿ ਕੋਈ ਵੀ ਰਕਮ ਸ਼ਾਂਤਵਰਤੀ ਹੈ ਜਿਸ ਨੂੰ ਅਸੀਂ ਟਰਮੀਨੇਟਿੰਗ ਬੋਲਦੇ ਹਾਂ ਜਾਂ ਨਾਨ ਟਰਮੀਨੇਟਿੰਗ ਹੈ। ਹੁਣ ਤੁਸੀਂ ਕੀ ਕਰਨਾ ਹੈ, ਜਿਹੜੀ ਵੀ ਰਕਮ ਤੁਹਾਨੂੰ ਭਿੰਨ ਦਿੱਤੀ ਗਈ ਹੈ ਉਸ ਭਿੰਨ ਦੇ ਵਿੱਚ ਅੰਸ਼ ਤੇ ਹਰ ਦੋਨਾਂ ਦੇ ਗੁਣਨਖੰਡ ਬਣਾਉਣੇ ਨੇ। 17 ਦਾ ਗੁਣਨਖੰਡ ਹੁੰਦਾ ਹੀ ਨਹੀਂ, 17 ਹੁੰਦਾ 8 ਦਾ 2 ਗੁਣਾ 2 ਗੁਣਾ 2। ਜੇਕਰ ਤੁਹਾਡੇ ਹਰ ਦੇ ਵਿੱਚ ਸਿਰਫ 2 ਹੈ, ਸਿਰਫ 5 ਹੈ, ਜਾਂ 2 ਤੇ 5 ਦੋਨੋਂ ਵੀ ਹੋ ਸਕਦੇ ਨੇ। 2 ਤੇ 5 ਤੋਂ ਇਲਾਵਾ ਕੁਝ ਵੀ ਨਹੀਂ ਹੋਣਾ ਚਾਹੀਦਾ। ਜੇਕਰ ਹਰ ਵਿੱਚ ਸਿਰਫ 2 ਤੇ 5 ਦੀ ਹੈਗੀ ਹੈ ਗੱਲ, ਸਿਰਫ 2 ਹੀ ਹੈ ਜਾਂ ਸਿਰਫ 5 ਹੈ ਤਾਂ ਸ਼ਾਂਤਵਰਤੀ ਟਰਮੀਨੇਟਿੰਗ। ਜੇ 2 ਜਾਂ 5 ਤੋਂ ਇਲਾਵਾ ਕੁਝ ਹੋਰ ਆ ਗਿਆ ਤਾਂ ਨਾਨ ਟਰਮੀਨੇਟਿੰਗ ਅਸ਼ਾਂਤਵਰਤੀ। ਇਸ ਗੱਲ ਦਾ ਵੀ ਧਿਆਨ ਰੱਖਣਾ ਹੈ। ਤੁਸੀਂ ਲੱਗੀ ਗੱਲ ਸਮਝ। ਜਿਵੇਂ ਕਿ ਦੇਖੋ ਅਗਲੇ ਸਵਾਲ ਦੇ ਵਿੱਚ ਅਸੀਂ 64 ਤੇ 455 ਦੇ ਜਦੋਂ ਗੁਣਨਖੰਡ ਪ੍ਰਾਪਤ ਕੀਤੇ ਤੇ 64 ਵਿੱਚ ਤਾਂ 2 ਹੀ ਹੈ, ਉੱਪਰ ਕੁਝ ਵੀ ਹੋ ਸਕਦਾ, ਆਪਾਂ ਉੱਪਰ ਦੇਖਣਾ ਹੀ ਨਹੀਂ ਬੇਟਾ, ਥੱਲੇ ਦੇਖਣਾ। ਹਰ ਵਿੱਚ 5 ਹੈ ਪਰ 7 ਵੀ ਤਾਂ ਆ ਗਿਆ ਨਾ, ਤੇ ਅਸ਼ਾਂਤਵਰਤੀ ਨਾਨ ਟਰਮੀਨੇਟਿੰਗ ਕਹਿੰਦੇ ਹਨ ਅਸੀਂ। ਠੀਕ ਹੈ ਬੇਟਾ। ਦੂਜੇ ਚੈਪਟਰ ਵਿੱਚ ਆਪਾਂ ਕੁਝ ਗੱਲਾਂ ਯਾਦ ਕੀਤੀਆਂ ਸਨ ਕਿ ਇੱਕ ਘਾਤ ਵਾਲੀ ਬਹੁਪਦ ਨੂੰ ਇੱਕ ਡਿਗਰੀ, ਜਿਹਦੀ ਡਿਗਰੀ 1 ਹੋਵੇ ਉਸ ਨੂੰ ਰੇਖੀ ਬਹੁਪਦ ਜਾਂ ਲੀਨੀਅਰ ਪੋਲੀਨੋਮੀਅਲ, 2 ਘਾਤ ਵਾਲੀ ਨੂੰ 2 ਘਾਤੀ ਬਹੁਪਦ ਜਾਂ ਕੁਆਡਰੈਟਿਕ ਪੋਲੀਨੋਮੀਅਲ, 3 ਘਾਤ ਵਾਲੀ ਨੂੰ 3 ਘਾਤੀ ਬਹੁਪਦ ਜਾਂ ਕਿਊਬਿਕ ਪੋਲੀਨੋਮੀਅਲ ਕਿਹਾ ਜਾਂਦਾ ਹੈ। ਯਾਦ ਰੱਖਣਾ ਹੈ। ਇਸ ਤਰ੍ਹਾਂ ਤੁਹਾਨੂੰ ਕੁਐਸਚਨ ਆ ਸਕਦੇ ਨੇ। 2 ਘਾਤੀ ਸਮੀਕਰਨ ax ਦੀ 2 ਜਮ੍ਹਾਂ bx ਜਮ੍ਹਾਂ c ਹੁੰਦੀ ਹੈ ਜਿਹਦੇ ਵਿੱਚ a ਕਦੇ 0 ਨਹੀਂ ਹੁੰਦਾ। ਇਸ ਗੱਲ ਦਾ ਵੀ ਧਿਆਨ ਰੱਖਣਾ ਹੈ। ਇੱਕ ਬਹੁਪਦ px ਦੇ ਸਿਫਰ x ਦੇ ਨਿਰਦੇਸ਼ਕ ਹੁੰਦੇ ਨੇ। ਜਦੋਂ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਡਾਇਗਰਾਮ ਦਿੱਤਾ ਹੋਵੇ ਤਾਂ ਜਿਹੜਾ ਗ੍ਰਾਫ ਹੈ ਇਹ ਤੁਹਾਡੇ x ਧੁਰੇ ਨੂੰ ਜਿੰਨੀ ਵਾਰ ਟੱਚ ਕਰੇਗਾ ਉਨੇ ਤੁਹਾਡੇ ਸਿਫਰ ਹੋਣਗੇ। ਦੇਖੋ ਨਾ, ਜਿੱਥੇ ਆਲੇਖ x ਧੁਰੇ ਨੂੰ ਕੱਟਦਾ ਹੈ ਮਤਲਬ 1 2 3 ਸਿਫਰ ਕਿੰਨੇ ਹੋਣਗੇ, 3 ਹੋਣਗੇ। ਜੇਕਰ ਤੁਹਾਨੂੰ 2 ਘਾਤੀ ਬਹੁਪਦ ਦਿੱਤੀ ਹੋਵੇ ax ਦੀ 2 ਜਮ੍ਹਾਂ bx ਜਮ੍ਹਾਂ c ਤਾਂ ਉਸਦੇ ਸਿਫਰਾਂ ਦਾ ਜੋੜਫਲ ਤੇ ਸਿਫਰਾਂ ਦਾ ਗੁਣਨਫਲ ਪਤਾ ਕਰਨ ਦਾ ਤਰੀਕਾ ਤੁਹਾਨੂੰ ਦੱਸਿਆ ਸੀਗਾ। ਦੂਜੀ ਬਟਾ ਪਹਿਲੀ ਪਰ ਸਾਈਨ ਚੇਂਜ, ਤੀਜੀ ਬਟਾ ਪਹਿਲੀ ਸੇਮ। ਦੂਜੀ ਬਟਾ ਪਹਿਲੀ ਸਾਈਨ ਚੇਂਜ ਦਾ ਮਤਲਬ ਹੈ b ਤੋਂ ਜੋ ਵੀ ਸਾਈਨ ਹੋਏਗਾ ਉਹ ਚੇਂਜ ਕਰਕੇ ਲਿਖਣਾ ਹੈ। ਪਲੱਸ ਹੈ ਤਾਂ -b ਬਟਾ a, c ਔਰ a ਸੇਮ ਸਾਈਨ ਦੇ ਲਿਖਣੇ ਹੈ ਜੋੜਫਲ ਤੇ ਗੁਣਨਫਲ ਦੇ ਵਿੱਚ। ਸਮ ਆਫ ਜ਼ੀਰੋਜ਼ ਐਂਡ ਪ੍ਰੋਡਕਟ ਆਫ ਜ਼ੀਰੋਜ਼। ਇਸ ਸੈਕਿੰਡ ਚੈਪਟਰ ਦੇ ਵਿੱਚ ਤੁਸੀਂ ਇਹਨੇ ਫਾਰਮੂਲੇ ਯਾਦ ਕੀਤੇ ਨੇ ਜਿਨ੍ਹਾਂ ਦਾ ਯੂਜ਼ ਤੁਹਾਡੇ ਕੁਐਸਚਨ ਦੇ ਵਿੱਚ ਹੋ ਸਕਦਾ ਹੈ, ਜਿਹੜਾ ਕਿ ਤੁਹਾਡਾ ਪੈਸ ਦਾ ਟੈਸਟ ਹੋਏਗਾ ਜਾਂ ਤੁਹਾਡੇ ਸਕੂਲ ਦੇ ਐਗਜ਼ਾਮਸ ਹੋਣਗੇ। ਜਿਵੇਂ ਤੁਸੀਂ ਦੇਖ ਸਕਦੇ ਹੋ ਬੇਟਾ ਤੁਹਾਡਾ ਗ੍ਰਾਫ x ਨੂੰ ਟੱਚ ਨਹੀਂ ਕਰ ਰਿਹਾ ਹੈ, ਇਸ ਕਰਕੇ ਸਿਫਰਾਂ ਦੀ ਗਿਣਤੀ 0 ਹੋਵੇਗੀ। ਦੇਖੋ ਇੱਧਰ ਇੱਕੋ ਵਾਰ ਟੱਚ ਕੀਤਾ x ਨੂੰ, ਸੰਖਿਆ 1 ਹੋਵੇਗੀ। ਜਿੱਧਰ ਦੇਖੀਏ ਤਾਂ ਤੁਸੀਂ ਦੇਖੋ 1 2 3 ਵਾਰੀ ਤਾਂ ਸੰਖਿਆ 3 ਹੋਵੇਗੀ, 2 ਵਾਰੀ ਤਾਂ 2 ਹੋਵੇਗੀ। ਇਸ ਤਰ੍ਹਾਂ ਤੁਸੀਂ ਸਵਾਲਾਂ ਦਾ ਹੱਲ ਕਰ ਸਕਦੇ ਹੋ। ਇਸ ਤੋਂ ਬਾਅਦ 2.2 ਅਭਿਆਸ ਦੇ ਵਿੱਚ ਵੀ ਤੁਸੀਂ ਸਿੱਖਿਆ ਕਿ ਜੇ ਤੁਹਾਨੂੰ ਸ਼ਿਫਰਾਂ ਦਾ ਜੋੜਫਲ ਮਤਲਬ s ਤੇ ਸ਼ਿਫਰਾਂ ਦਾ ਗੁਣਨਫਲ ਮਤਲਬ p ਦਿੱਤਾ ਹੋਵੇ ਤਾਂ ਸਮੀਕਰਨ ਕਿੱਦਾਂ ਬਣਾਈਦੀ ਹੈ। ਦੇਖੋ s 1/4 ਹੈ, p -1 ਹੈ ਤੇ 2 ਘਾਤੀ ਸਮੀਕਰਨ ਦਾ ਫਾਰਮੂਲਾ ਤੁਹਾਨੂੰ ਯਾਦ ਕਰਾਇਆ ਸੀਗਾ x ਦੀ 2 -sx ਜਮ੍ਹਾਂ p। ਯਾਦ ਰੱਖਣਾ ਇਸ ਨੂੰ, ਸਿਰਫ s ਦੀ ਥਾਂ s ਭਰਨਾ ਹੈ। ਦੇਖੋ 1/4 ਬਾਕੀ x ਦੀ 2 ਮਾਈਨਸ ਸੇਮ ਲਿਖਿਆ, x ਸੇਮ ਲਿਖਿਆ, ਪਲੱਸ ਸੇਮ ਲਿਖਿਆ, ਬਸ s ਦੀ ਥਾਂ ਬ੍ਰੈਕਟ में 1/4 ਤੇ p ਦੀ ਥਾਂ -1 ਲਿਖਿਆ ਹੈ। ਹੁਣ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਬ੍ਰੈਕਟ ਖੋਲੀ, प्लस माइनस माइनस हो गया है। तो हुण एक चीज़ याद रखनी है कि जेकर तुहाडे कोल कोई एक रकम भिन्न विच है, 4 थल्ले है ना, इस 4 नूं इहदे तो लै लेना है, इधर भी दे देना है, इधर भी दे देना है, इहदे तो लै ही लेना है। इहदा मतलब 4x की 2 माइनस 1x माइनस 4 तुहाडा आंसर होएगा इस समीकरण का। इस तरह से समीकरण पता कर सकते हैं बेटा। याद रखना है समीकरण दे विच जे शिफरां दा जोड़फल ते गुणनफल दिता होवे तां असीं फार्मूले दे विच सिर्फ s ते p दी वैल्यू नूं भरना हुंदा है।
चौथे चैप्टर ਵਿੱਚ ਬੇਟਾ ਅਸੀਂ ਕੀ ਪੜ੍ਹਿਆ ਹੈ? ਚੌਥੇ ਚੈਪਟਰ ਅਸੀਂ ਕੀ ਪੜ੍ਹਿਆ ਹੈ? ਦੋ ਘਾਤੀ ਬਹੁਪਦ ਜਿਹੜੀ ਹੈ ਉਹਦੇ ਵਿੱਚ a ਕਦੇ ਬਰਾਬਰ ਨਹੀਂ ਹੁੰਦਾ, 0 ਦੇ ਬਰਾਬਰ ਨਹੀਂ ਹੁੰਦਾ। ਤੇ ਯਾਦ ਰੱਖਣਾ ਹੈ ਕਿ ਦੋ ਘਾਤੀ ਬਹੁਪਦ ਦੀ ਘਾਤ 2 ਹੁੰਦੀ ਹੈ। ਹੁਣ ਸਾਨੂੰ ਸਵਾਲ ਆਉਂਦਾ ਹੈ ਕਿ ਦੋ ਘਾਤੀ ਬਹੁਪਦ ਹੈ ਜਾਂ ਨਹੀਂ ਹੈ। ਬੇਟਾ ਕੋਈ ਵੀ ਸਮੀਕਰਨ ਜੇ ਦੋ ਘਾਤੀ ਬਹੁਪਦ ਹੈ ਜਾਂ ਨਹੀਂ ਹੈ ਪਤਾ ਕਰਨਾ ਹੋਵੇ ਤਾਂ ਤੁਸੀਂ ਉਸਦੇ ਖੱਬੇ ਹੱਥ ਤੇ ਸੱਜੇ ਹੱਥ ਦੀ ਸਾਰੀ ਬ੍ਰੈਕਟਾਂ ਨੂੰ ਖੋਲ੍ਹਣਾ ਹੁੰਦਾ ਹੈ। ਜਿਵੇਂ a ਜਮਾ b ਦੀ ਘਾਤ 2 ਦਾ ਫਾਰਮੂਲਾ a ਦੀ 2 ਜਮਾ b ਦੀ 2 ਜਮਾ 2ab ਲਗਾਇਆ ਹੈ, 2x - 6। ਸੱਜੇ ਹੱਥ ਤੋਂ ਸਾਰੀਆਂ ਸੰਖਿਆਵਾਂ ਨੂੰ ਖੱਬੇ ਹੱਥ ਲੈ ਜਾਣਾ ਹੈ ਸਾਈਨ ਚੇਂਜ ਕਰਕੇ। ਜੇਕਰ ਅੰਤ ਵਿੱਚ ਬਰਾਬਰ 0 ਆ ਚੁੱਕਾ ਹੈ, ਦੇਖੋ ਇਸ ਪਾਸੇ ਤੁਹਾਡੇ ਕੋਲ x ਦੀ ਘਾਤ 2 ਬਚਦੀ ਹੈ ਤਾਂ ਘਾਤ 2 ਹੈ, ਇਹਦਾ ਮਤਲਬ ਇਹ ਦੋ ਘਾਤੀ ਸਮੀਕਰਨ ਹੋਵੇਗੀ, ਨਹੀਂ ਤਾਂ ਨਹੀਂ ਹੋਵੇਗੀ। ਇਸ ਤੋਂ ਬਾਅਦ ਬੇਟਾ ਆਪਾਂ ਚੌਥੇ ਚੈਪਟਰ ਦੇ ਵਿੱਚ ਇੱਕ ਮੂਲਾਂ ਦੀ ਪ੍ਰਕਿਰਤੀ ਨੇਚਰ ਆਫ ਰੂਟਸ ਬਾਰੇ ਵੀ ਪੜ੍ਹਿਆ ਹੈ ਬੇਟਾ। ਉਹ ਕੀ ਪੜ੍ਹਿਆ? ਧਿਆਨ ਨਾਲ ਦੇਖੋ ਕਿ ਇੱਕ ਦੋ ਘਾਤੀ ਸਮੀਕਰਨ ਦੇ ਵਿੱਚ ਜਿਹੜੇ ਮੂਲ ਨੇ, ਜਿਹੜੇ ਦੋ ਆਂਸਰਸ ਆਉਂਦੇ ਨੇ ਤੁਹਾਡੇ ਜ਼ੀਰੋਜ਼ ਆਉਂਦੇ ਨੇ, ਉਹਨਾਂ ਦੀ ਕੀ ਪ੍ਰਕਿਰਤੀ ਹੋ ਸਕਦੀ ਹੈ। ਉਹਦੇ ਵਾਸਤੇ ਅਸੀਂ ਇੱਕ ਫਾਰਮੂਲਾ ਪੜ੍ਹਿਆ d ਦਾ, ਡਿਸਕ੍ਰਿਮੀਨੈਂਟ ਦਾ, ਜਿਸ ਦਾ ਫਾਰਮੂਲਾ ਹੈ b ਦੀ 2 - 4ac। ਹੁਣ ਇਹ ਫਾਰਮੂਲਾ ਕਿਵੇਂ ਸਾਨੂੰ ਦੱਸਦਾ ਹੈ ਕਿ ਮੂਲਾਂ ਦੀ ਪ੍ਰਕਿਰਤੀ ਕੀ ਹੋਵੇਗੀ। ਜੇ ਹੁਣ ਦੇਖੋ b ਤੁਹਾਡੇ ਕੋਲ ਹੈ, a ਵੀ ਤੁਹਾਡੇ ਕੋਲ ਹੈ, c ਵੀ ਤੁਹਾਡੇ ਕੋਲ ਹੈ। ਹੁਣ ਤੁਸੀਂ d ਪਤਾ ਕਰ ਲਿਆ। ਜੇ d 0 ਤੋਂ ਵੱਡਾ ਆ ਜਾਂਦਾ ਹੈ ਤਾਂ ਅਸੀਂ ਕੀ ਲਿਖਾਂਗੇ? ਮੂਲ ਵਾਸਤਵਿਕ ਤੇ ਵੱਖ-ਵੱਖ, ਰੀਅਲ ਰੂਟਸ ਆਰ ਰੀਅਲ ਐਂਡ ਡਿਫਰੈਂਟ। ਧਿਆਨ ਨਾਲ ਯਾਦ ਰੱਖਣਾ ਹੈ ਬੇਟਾ ਤੁਸੀਂ। ਜੇ d 0 ਦੇ ਬਰਾਬਰ ਆ ਜਾਂਦਾ ਹੈ ਤਾਂ ਮੂਲ ਵਾਸਤਵਿਕ ਤੇ ਬਰਾਬਰ ਹੋਣਗੇ, ਰੂਟਸ ਆਰ ਰੀਅਲ ਐਂਡ ਇਕੁਅਲ। ਤੇ ਜੇ ਜਿਹੜੀ 0 ਤੋਂ ਛੋਟਾ ਹੋ ਜਾਵੇ ਤਾਂ ਮੂਲ ਵਾਸਤਵਿਕ ਨਹੀਂ ਹੁੰਦਾ। ਇਹ ਤਿੰਨ ਤੁਹਾਨੂੰ ਨੇਚਰ ਆਫ ਰੂਟਸ ਯਾਦ ਰੱਖਣੇ ਹੋਣਗੇ। ਮੈਂ ਇੱਕ ਸਵਾਲ ਵੀ ਕਰਕੇ ਦਿਖਾ ਦੇਣਾ ਤੁਹਾਨੂੰ, ਦੇਖੋ ਧਿਆਨ ਨਾਲ। ਸਾਡੇ ਕੋਲ ਅੱਜ ਦੋ ਘਾਤੀ ਸਮੀਕਰਨ ਹੈ। ਅਸੀਂ a ਪਤਾ ਕੀਤਾ 2, b ਪਤਾ ਕੀਤਾ -6 ਤੇ d ਪਤਾ ਕੀਤਾ 3। d ਦਾ ਫਾਰਮੂਲਾ ਲਿਖ ਲਿਆ, b ਦੀ ਘਾਤ 2 ਹੈ ਇਸ ਕਰਕੇ -6 ਦੀ ਘਾਤ 2 -4 a 2 ਹੈ ਤੇ c 3 ਹੈ। 36 4 ਦੂਣੀ 38 24, ਸਾਡੇ ਕੋਲ 12 ਪਲੱਸ ਦਾ ਆਇਆ ਹੈ। ਤੁਹਾਨੂੰ ਮੈਂ ਦੱਸਿਆ ਜੇ d 0 ਤੋਂ ਵੱਡਾ ਹੋਵੇ ਤਾਂ ਮੂਲ ਵਾਸਤਵਿਕ ਤੇ ਵੱਖ-ਵੱਖ, ਰੀਅਲ ਐਂਡ ਡਿਫਰੈਂਟ। ਲੇਕਿਨ ਦੇਖੋ ਇੱਧਰ ਹੁਣ ਤੁਹਾਡੇ ਕੋਲ a 6 ਹੈ, b -12 ਹੈ, c 6 ਹੈ ਤੇ d ਦੇ ਫਾਰਮੂਲੇ ਦੇ ਵਿੱਚ b ਦੀ ਘਾਤ 2 -4 ac ਭਰਿਆ ਤਾਂ ਤੁਹਾਡੇ ਕੋਲ 144 - 144 0 ਆ ਗਿਆ ਹੈ। ਤੇ ਜੇ d ਦਾ ਆਂਸਰ 0 ਦੇ ਬਰਾਬਰ ਆ ਜਾਏ ਤਾਂ ਮੂਲ ਵਾਸਤਵਿਕ ਤੇ ਬਰਾਬਰ ਹੁੰਦੇ ਨੇ, ਰੂਟਸ ਆਰ ਰੀਅਲ ਐਂਡ ਇਕੁਅਲ। ਲੇਕਿਨ ਜਦੋਂ ਅਸੀਂ ਦੇਖੋ a b c ਪਤਾ ਕੀਤਾ ਤੇ d ਫਾਰਮੂਲੇ ਦੇ ਵਿੱਚ ਭਰ ਕੇ -31 ਆਇਆ ਹੈ ਤਾਂ ਮੂਲ ਵਾਸਤਵਿਕ ਨਹੀਂ ਹੋਣਗੇ, ਰੂਟਸ ਆਰ ਨਾਟ ਰੀਅਲ। ਤਿੰਨੇ ਕੈਟੇਗਰੀਜ਼ ਦੇ ਤੁਹਾਨੂੰ ਕੁਐਸਚਨ ਕਰਾਏ ਨੇ, ਪੱਕਾ ਇੱਕ ਸਵਾਲ ਆ ਸਕਦਾ ਹੈ। ਹੁਣ ਤੀਜੇ ਚੈਪਟਰ ਦੇ ਵਿੱਚ ਅਸੀਂ ਕੀ ਸਿੱਖਿਆ ਬੇਟਾ? ਤੀਜੇ ਚੈਪਟਰ ਦੇ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੀਆਂ ਰੇਖੀ ਸਮੀਕਰਨਾਂ ਹੋਣਗੀਆਂ, ਦੋ ਚਲਾਂ ਵਾਲੀ ਰੇਖੀ ਸਮੀਕਰਨਾਂ ਹੋਣਗੀਆਂ ਜਿਸ ਦਾ ਹੱਲ ਅਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ। ਆਲੇਖ ਵਿਧੀ ਨਾਲ ਵੀ ਕਰ ਸਕਦੇ ਹਾਂ। ਬੀਜ ਗਣਿਤਕ ਦੇ ਵਿੱਚ ਅੱਗੇ 3 ਮੈਥਡ ਸੀਗੇ, ਇੱਕ ਪ੍ਰਤਿਸਥਾਪਨ, ਇੱਕ ਵਿਲੋਪਨ, ਇੱਕ ਤਿਰਛੀ ਗੁਣਾ, ਸਬਸਟੀਟਿਊਸ਼ਨ, ਐਲੀਮੀਨੇਸ਼ਨ ਤੇ ਕ੍ਰਾਸ ਪ੍ਰੋਡਕਟ। ਲੇਕਿਨ ਤੀਜੇ ਚੈਪਟਰ ਦੇ ਮੇਨ ਜਿਹੜੇ ਫਾਰਮੂਲੇ ਨੇ ਇਹ ਤੁਹਾਡੇ ਸਾਹਮਣੇ ਨੇ ਬੇਟਾ। ਯਾਦ ਰੱਖਣਾ ਹੈ ਜਦੋਂ ਵੀ ਕੋਈ ਸਮੀਕਰਨ ਤੁਹਾਨੂੰ ਆਵੇ 2x = 3y = 7, 3x = 5y = 3, ਇਸ ਤਰ੍ਹਾਂ ਦੀਆਂ, ਤੇ ਉਸ ਦੇ ਵਿੱਚ ਅਸੀਂ ਆਹ 3 ਫਾਰਮੂਲੇ ਲਗਾਉਂਦੇ ਨੇ। a1 / a2 ਮਤਲਬ ਪਹਿਲੇ x ਦੇ ਜਿਹੜੇ ਨਾਲ ਵਾਲੀ ਰਕਮਾਂ ਨੇ ਇਸਨੂੰ a1 a2, ਇਸਨੂੰ b1 b2, ਇਸਨੂੰ c1 c2 ਕਹਿੰਦੇ ਨੇ। a1 / a2 ਸਾਡੇ ਕੋਲ ਆ ਗਿਆ 2/3, ਆ ਗਿਆ ਨਾ 2/3, ਤੇ b1 / b2 ਸਾਡੇ ਕੋਲ ਕੀ ਆ ਗਿਆ 3/5। ਦੋਨੇ ਬਰਾਬਰ ਨਹੀਂ ਆਏ ਨਾ, ਦੇਖੋ ਆਹ ਦੋਨੇ ਰਕਮਾਂ ਬਰਾਬਰ ਨਹੀਂ ਹਨ। a1 / a2 ਨਾ ਬਰਾਬਰ b1 / b2 ਹੈ। ਇਸ ਕਰਕੇ ਇਸ ਸਮੀਕਰਨ, ਇਹਨਾਂ ਜਿਹੜੀ ਦੋ ਸਮੀਕਰਨਾਂ ਦਾ ਇੱਕ ਹੱਲ ਹੋਵੇਗਾ ਜਿਸ ਨੂੰ ਅਸੀਂ ਯੂਨੀਕ ਸੋਲੂਸ਼ਨ ਕਹਿੰਦੇ ਹਾਂ। ਇੱਕ ਬਿੰਦੂ ਤੇ ਕੱਟਣਗੀਆਂ ਗ੍ਰਾਫ ਦੇ ਵਿੱਚ, ਇੱਦਾਂ ਦਾ ਗ੍ਰਾਫ ਬਣੇਗਾ, ਇਸ ਨੂੰ ਸੰਗਤ ਜੋੜਾ ਕਹਿੰਦੇ ਨੇ, ਕੰਸਿਸਟੈਂਟ ਇਕੁਏਸ਼ਨ ਕਹਿੰਦੇ ਨੇ। ਲੱਗੀ ਗੱਲ ਸਮਝ? ਕੋਈ ਤੁਹਾਨੂੰ ਪੁੱਛਦਾ ਹੈ ਕਿ ਕਦੋਂ ਦੋ ਲਾਈਨਾਂ ਦਾ ਗ੍ਰਾਫ ਇੱਕ ਬਿੰਦੂ ਤੇ ਕੱਟਦਾ ਹੈ? ਜਦੋਂ a1 / a2 ਨਾ ਬਰਾਬਰ b1 / b2 ਹੋਵੇ। ਕਦੋਂ ਸੰਗਤ ਜੋੜਾ ਹੁੰਦਾ ਹੈ? ਜਦੋਂ a1 / b2 ਨਾ ਬਰਾਬਰ b1 / b2 ਹੋਵੇ। ਕਦੋਂ ਇੱਕ ਹੱਲ ਜਾਂ ਯੂਨੀਕ ਸੋਲੂਸ਼ਨ ਹੁੰਦਾ ਹੈ? ਜਦੋਂ a1 / a2 ਨਾ ਬਰਾਬਰ b1 / b2 ਹੋਵੇ। ਕਦੋਂ ਕਿਸੇ ਦਾ ਗ੍ਰਾਫ ਕੱਟਵੀਆਂ ਰੇਖਾ ਬਣਦਾ ਹੈ? ਜਦੋਂ a1 / a2 ਨਾ ਬਰਾਬਰ b1 / b2 ਹੋਵੇ। a1 / a2 ਨਾ ਬਰਾਬਰ b1 / b2 ਦੀ 4 ਕੰਡੀਸ਼ਨ ਤੁਹਾਡੇ ਸਾਹਮਣੇ ਨੇ। ਲੇਕਿਨ ਜੇਕਰ ਤੁਹਾਡੇ ਕੋਲ ਸਮੀਕਰਨ ਇਸ ਤਰ੍ਹਾਂ ਆ ਜਾਂਦੀ ਹੈ ਕਿ 2x = 3y = 7, 4x = 6y = 5। ਹੁਣ ਦੇਖੋ a1 / a2 2/4 ਹੈ, ਕੱਟ ਕੇ 1/2 ਆਏਗਾ। b1 / b2 3/6 ਹੈ, ਕੱਟ ਕੇ 1/2 ਆਏਗਾ। ਬਰਾਬਰ ਹੋ ਗਏ, ਪਰ ਤੀਜਾ ਬਰਾਬਰ ਨਹੀਂ ਆਇਆ। ਜਦੋਂ ਪਹਿਲੇ ਦੋ ਬਰਾਬਰ ਆ ਜਾਣ ਤਾਂ ਉਸਨੂੰ ਕਹਿੰਦੇ ਕੋਈ ਹੱਲ ਨਹੀਂ, ਨੋ ਸੋਲਿਊਸ਼ਨ। ਯਾਦ ਰੱਖਣਾ ਪਹਿਲੇ ਦੋ ਬਰਾਬਰ ਆਉਣ ਤੇ ਤੀਜਾ ਬਰਾਬਰ ਨਾ ਆਵੇ ਤਾਂ ਇਸ ਕਰਕੇ ਕੋਈ ਹੱਲ ਨਹੀਂ ਹੈ, ਨੋ ਸੋਲਿਊਸ਼ਨ ਹੈ। ਨੋ ਸੋਲਿਊਸ਼ਨ ਦਾ ਮਤਲਬ ਕੀ ਹੈ? ਸਮਾਂਤਰ ਰੇਖਾਵਾਂ ਬਣਨਗੀਆਂ, ਆਪਸ ਵਿੱਚ ਕਦੇ ਟੱਚ ਨਹੀਂ ਕਰਨਗੀਆਂ ਤਾਂ ਸੋਲਿਊਸ਼ਨ ਕਿੱਥੇ ਆਏਗਾ? ਸਮਾਂਤਰ ਰੇਖਾਵਾਂ ਤੁਹਾਡੇ ਕੋਲ ਬਣਨਗੀਆਂ, ਇਸ ਨੂੰ ਅਸੰਗਤ ਇਨਕਨਸਿਸਟੈਂਟ ਇਕੁਏਸ਼ਨ ਕਿਹਾ ਜਾਂਦਾ ਹੈ। ਲੇਕਿਨ ਜੇਕਰ ਤੁਹਾਡੇ ਕੋਲ ਤਿੰਨੇ ਹੀ ਬਰਾਬਰ ਆ ਗਏ, ਜਿਵੇਂ 2x = 3y = 7,
4x जमा 6y बराबर 14, ये भी 1/2, ये भी 1/2, ये भी 1/2, इसलिए अनेक हल इनफाइनाइट सोल्यूशन कहते हैं। संपाती रेखावां मतलब एक लाइन बन गई ਉਹਦੇ ਉੱਪਰ ही दूजी आ जाती है तो इसनों संगत चौड़ा कहा जाता है। तो ये 3 फॉर्मूले भी तुम याद रखोगे तो तीजे चैप्टर का कोई भी सवाल सॉल्व करना सौखा हो जाएगा बेटा। इस तरह असीं इस वीडियो के विच पहला दूजा तीजा चौथा पहले 4 चैप्टर्स के बारे सीखिया है। शॉर्ट दे विच एक वीडियो के विच तुसीं 4 चैप्टर्स बारे चंगी तरह जान गए हो, उन्हां दे विच फॉर्मूले किवें दे ने, किवें असीं उन्हां दे सवालां नूं हल कीता है।